ਵਿਆਹ ਤੇ ਹੋ ਗਿਆ। ਵਿਆਹ ਤੋਂ ਬਾਅਦ ਮਤਲਬ ਇਹਨਾਂ ਨੂੰ ਲੈ ਗਏ ਸੀ। ਉਹੀ ਚੀਜ਼ ਜਿਹੜੀ ਆ ਉਹ ਇੱਕ ਮਤਲਬ ਔਖਾ ਸੀਗਾ ਟਾਈਮ, ਤੇ ਲਗਭਗ 1.5 ਪੌਣੇ 2 ਸਾਲ ਜਿਹੜਾ ਸਾਡਾ ਮੇਲ ਨਹੀਂ ਹੋਇਆ। ਹਾਲਤ ਤੇ ਇਹਨਾਂ ਦੀ ਵੀ ਉੱਥੇ ਬੜੀ ਬੁਰੀ ਹਾਲਤ ਸੀ, ਲੇਕਿਨ ਇਹ ਦੇਖ ਕੇ ਕਿ ਛੱਡਦੇ ਯਾਰ, ਹੁਣ ਨਹੀਂ ਹੋਣਾ। ਪਲੱਸ ਹੋਵੇ ਨਾ ਲਾਗੇ ਛਾਗੇ ਕਿ ਕੋਈ ਕਿਸੇ ਨੂੰ ਮੈਂ ਸੁਨੇਹਾ ਭੇਜ ਸਕਾਂ, ਕਿਸੇ ਦੇ ਥਰੂ ਕੋਈ ਅਪਰੋਚ ਕਰ ਸਕਾਂ। ਹੈ ਹੀ ਹਰਿਆਣੇ, ਨਾ ਐਡਰੈਸ ਪਤਾ ਨਾ ਕੋਈ ਪਤਾ ਕਿ ਕਿੱਥੇ ਲੈ ਗਏ। ਹੱਲੇ ਵੀ ਦਿਮਾਗ 'ਚ ਉਹ ਚੀਜ਼ ਜਦੋਂ ਆਪਾਂ ਯਾਦ ਕਰਦੇ ਮੰਨ ਲਓ ਹੁਣ ਵੀ, ਤੇ ਉਹ ਫਿਰ ਇੱਕ ਵਾਰੀ ਨਾ ਉਹੀ ਸਾਰੀ ਸਿਚੁਏਸ਼ਨ 'ਚ ਅੰਦਰ ਬੋਡੀ ਉਸੇ ਪੋਜੀਸ਼ਨ 'ਚ ਪਹੁੰਚ ਜਾਂਦੀ। पर जो पेरेंट्स थे उन्होंने इसलिए कि गलत फैसला लड़कियां ले लेती हैं, भावना में बह के, उम्र छोटी होती है, इसलिए ये बंद कर दी गई थी। बस मुझे यही था कि कोई ऐसा पार्टनर हो जो चलो अगर किसी की हेल्प करनी हो तो मना ना करें, या फैमिली भी ऐसी हो। तो ये सारे गुण इनमें थे, इनमें और इनकी फैमिली में। ਗੱਲਬਾਤ ਕਰਨ ਦੇ ਵਿੱਚ ਤੇ ਬੜਾ ਮਤਲਬ ਥੋੜ੍ਹਾ ਝਿਜਕਦਾ ਸੀ, ਪਰ ਫਿਰ ਵੀ ਸਾਡੀ ਹੌਲੀ ਹੌਲੀ ਕਰਕੇ ਗੱਲ ਇੱਕ ਦੂਜੇ ਦੇ ਨਾਲ ਹੋਈ ਵਿਆਹ ਬਾਰੇ। ਪਰ ਜਦੋਂ ਹੋਈ ਇਹ ਬੜੀ ਜਲਦੀ ਪ੍ਰੋਸੈਸ ਹੋ ਗਿਆ। ਉਸ ਤੋਂ ਬਾਅਦ ਆਪਾਂ ਫੈਸਲਾ ਵੀ ਜਲਦੀ ਲੈ ਲਿਆ, ਪਰ ਉਹ ਝਟਪਟ ਕਾਰਨ ਸਾਰਾ ਜਿਹੜਾ ਹੋ ਗਿਆ, ਉਸ ਤੋਂ ਬਾਅਦ ਜਿਹੜਾ ਲੰਬਾ ਟਾਈਮ ਸੀਗਾ ਨਾ ਉਹ ਬੜਾ ਪੀੜਾਦਾਈ ਸੀ। ਤੁਹਾਡੇ ਪੇਰੈਂਟਸ ਤੁਹਾਡੇ ਨਾਲ ਸੀ, ਉਹ ਸਹਿਮਤ ਸੀ, ਲੇਕਿਨ ਪੂਜਾ ਦੇ ਜਿਹੜੇ ਪੇਰੈਂਟਸ ਆ ਉਹ ਇਸ ਚੀਜ਼ ਨੂੰ ਸਹਿਮਤ ਨਹੀਂ ਸੀ। ਅੱਜ ਕੱਲ੍ਹ ਵੈਸੇ ਹੈ ਤੇ ਸਾਰੇ ਐਡਵਾਂਸ ਹੀ ਆ, ਪਰ ਉੱਥੋਂ ਦਾ ਨਾ ਹਰਿਆਣੇ ਦਾ ਕਲਚਰ ਇਸ ਤਰੀਕੇ ਦਾ ਕਿ ਲੋਕੀ ਕੀ ਕਹਿਣਗੇ ਇਹੀ ਸੋਚ ਕੇ ਮਾਂ ਪਿਓ ਨਾ ਮਤਲਬ ਥੋੜ੍ਹਾ ਡਰਦੇ ਰਹਿੰਦੇ। ਵਿਆਹ ਤੋਂ ਪਹਿਲੇ ਆਪਾਂ ਮਤਲਬ ਗੱਲ ਕੀਤੀ, ਮੈਂ ਪਾਪਾ ਨੂੰ ਇੱਕ ਵਾਰੀ ਜਾਂ ਮੰਮੀ ਨੂੰ ਇੱਕ ਵਾਰੀ ਕਿਹਾ ਕਿ ਜਾ ਕੇ ਮਿਲ ਕੇ ਆਓ। ਉਹ ਤਾਂ ਹੋ ਕੇ ਵੀ ਆਏ। ਉਹਨਾਂ ਦੇ ਮਤਲਬ ਜਿਵੇਂ ਮਦਰ ਨੂੰ ਥੋੜ੍ਹਾ ਬਹੁਤਾ ਗੱਲ ਆਪਾਂ ਸ਼ੇਅਰ ਕੀਤੀ, ਲੇਕਿਨ ਉਹ ਅੱਗੇ ਤੱਕ ਨਾ ਤੁਹਾਨੂੰ ਡਿਟੇਲ 'ਚ ਜੇ ਦੱਸਾਂ ਤੇ ਮਤਲਬ ਘਰਦਿਆਂ ਤੱਕ ਉਹਨਾਂ ਨੇ ਅੱਗੋਂ ਰਿਸਪੌਂਸ ਨਹੀਂ ਦੇਣ ਦਿੱਤਾ ਚੰਗੀ ਤਰ੍ਹਾਂ। ਅਤੇ ਫਿਰ ਜਦੋਂ ਫੋਨ ਆਇਆ ਕਿ ਮੈਂ ਆਈ ਹਾਂ ਇੱਕ ਵਾਰੀ ਮਿਲ ਜਾਓ, ਅਤੇ ਮੈਂ ਆਪਣਾ ਗਿਆ ਅਤੇ ਲੈ ਕੇ ਆਇਆ। ਮੈਂ ਕਿਹਾ ਹੁਣ ਜੇ ਗਏ ਤਾਂ ਫਿਰ ਦੁਬਾਰਾ ਕਦੇ ਨਹੀਂ ਮੇਲ ਹੋ ਪਾਉਣਾ। ਫਿਰ ਆਪਾਂ ਦੋਨਾਂ ਨੇ ਡਿਸੀਜ਼ਨ ਕੀਤਾ ਕਿ ਮਤਲਬ ਹੁਣ ਮੈਰਿਜ ਕਰ ਲਈਏ, ਹੁਣ ਟਾਈਮ ਆ ਗਿਆ ਸਹੀ। ਇਹੀ ਦੇਖਦੇ ਪਏ ਸੀ ਕਿ ਕਿੱਥੇ ਚਲੀ ਗਈ ਕੁੜੀ, ਇਹ 1 ਹਫ਼ਤੇ ਦੀ ਗਾਇਬ ਆ, ਕਿੱਥੇ ਗਈ। ਮੈਨੂੰ ਫੋਨ ਆਉਂਦੇ ਸੀ। ਹੁਣ ਮੈਂ ਡਾਇਰੈਕਟਲੀ ਤਾਂ ਦੱਸ ਨਹੀਂ ਸਕਦਾ ਸੀ ਕਿ ਮੇਰੇ ਕੋਲ ਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਵੀ ਦੇਖਣ ਦਿਆਂ। ਮੈਂ ਵੀ ਉਸ ਵੇਲੇ ਗਲਤੀ ਕੀਤੀ। ਮੈਂ ਉਸ ਵੇਲੇ ਉਹਨਾਂ ਦੇ ਨਾਲ ਹੀ ਲੱਭਦਾ ਰਿਹਾ ਕਿ ਕਿੱਥੇ ਪੂਜਾ। ਫਿਰ ਪਰ ਮਤਲਬ ਦੱਸਣ ਇਹਨਾਂ ਨੇ ਨਹੀਂ ਦਿੱਤਾ ਸੀ ਕਿ ਘਰ ਦੇ ਇੱਕੋ ਦਮ ਪਰੇਸ਼ਾਨ ਹੋ ਜਾਂਦੇ। ਛੋਟੀ ਸਿਸਟਰ ਨੂੰ ਇਹਨਾਂ ਦੀ ਨੇ ਦੱਸਤਾ ਸੀ ਕਿ ਇੱਦਾਂ, ਇਹਨਾਂ ਕੇ ਫੋਨ ਕਰਾਤਾ ਸੀ, ਅਤੇ ਉਹ ਕਹਿੰਦੇ ਜੀ ਇੱਕ ਵਾਰੀ ਮਿਲ ਜਾਓ। ਉਹ ਬਸ ਉਹੀ ਗਲਤੀ ਹੋ ਗਈ। ਇੱਕ ਵਾਰੀ ਜਿਹੜਾ ਨਾ ਦਰਬਾਰ ਸਾਹਿਬ ਮਿਲਣਗੇ, ਉੱਥੋਂ ਹੀ ਉਹ ਤਰੀਕੇ ਨਾਲ ਬਸ ਹੁਣੇ ਆਪਾਂ ਵਾਪਸ ਆ ਜਾਣਾ। ਉਹ ਟਾਈਮ ਤੋਂ ਯਾਦ ਮਤਲਬ ਉਹੀ ਚੀਜ਼ ਪਿਕਚਰ 'ਚ ਦਿਮਾਗ 'ਚ ਆਉਂਦੀ ਰਹੀ ਕਿ ਮੇਰੇ ਕੋਲ ਜੋੜੇ ਘਰ ਆਪਾਂ ਜੋੜੇ ਲਾ ਕੇ ਗਏ, ਇਹਨਾਂ ਦੇ ਵੀ ਜੋੜੇ ਉਹ ਮੈਂ ਹੀ ਲੈ ਕੇ ਆਇਆ। ਉਹਨਾਂ ਨੇ ਆਪਣੇ ਵੱਲੋਂ 2-4 ਸ਼ਰਤਾਂ ਰੱਖੀਆਂ ਸੀ, ਪਰ ਉਹੀ ਕਿ ਮਤਲਬ ਕੰਮ ਨਹੀਂ ਤੇਰਾ ਇੱਦਾਂ ਕੋਈ ਖਾਸ ਨਹੀਂ ਵਧੀਆ, ਜਾਂ ਮਤਲਬ ਆਪਾਂ ਸਰਦਾਰ ਹਾਂ ਅਤੇ ਇਸ ਕਰਕੇ ਥੋੜ੍ਹਾ ਫਰਕ ਹੁੰਦਾ। ਇਹ ਹਿੰਦੂ ਫੈਮਿਲੀ ਆ, ਅਤੇ ਉਹ 2-4 ਗੱਲਾਂ ਕਰਕੇ ਬਸ। ਪਰ ਉਹ ਚੀਜ਼ਾਂ ਜਿਹੜੀਆਂ ਉਹ ਕੋਈ ਅੱਜ ਕੱਲ੍ਹ ਇੰਨਾ ਨਹੀਂ ਮਾਇਨੇ ਰੱਖਦੀਆਂ। ਨੀਂਦ ਹੀ ਨਹੀਂ ਆਉਣੀ, ਸੋਣਾ ਤਾਂ ਫਿਰ ਵੀ ਦਿਮਾਗ 'ਚ ਯਾਰ ਕੀ ਹੁੰਦਾ ਹੋਏਗਾ ਉਸ ਵੇਲੇ। ਮਤਲਬ ਹਰ ਇੱਕ ਚੀਜ਼ ਜਿਹੜੀ ਵੀ ਇੱਥੇ ਕੋਈ ਚੀਜ਼ ਮਤਲਬ ਪਈ ਇਹਨਾਂ ਦੀ, ਉਹ ਦਿਮਾਗ 'ਚ ਘੁੰਮੀ ਜਾਣੀ ਦੇਖ ਕੇ ਕਿ ਉਹ यार। और जो सरदार हैं वो गांव मतलब कि शहर में सिरसा, हिसार, मतलब कि मेन सिटीज़ में हैं। आसपास के गांव में भी कोई सरदार कभी नहीं देखा। जो हमारे रिश्तेदार हैं उनमें भी कोई सरदार नहीं, मतलब कि ऐसे टीवी में देखे मैंने, रियल में कोई कभी सरदार नहीं देखा। तो क्या कहते हैं, उसके बाद जब मैं पंजाब में आई तो मुझे तो एक तो चेहरों की पहचान ही नहीं होती थी, सब सेम लगते थे। ਤੁਸੀਂ ਵੀ ਆਪਣੀ ਮਰਜ਼ੀ ਕੀਤੀ ਸੀ, ਲੇਕਿਨ ਫਿਰ ਵੀ ਕਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਤੁਹਾਡਾ ਹੈਗਾ, ਖਾਸ ਕਰਕੇ ਤੁਹਾਡੇ ਸਾਸੂ ਮਾਂ ਵੀ ਹੈ, ਤੁਹਾਡੀਆਂ ਨਨਾਣ ਵੀ ਹੈ? जी सभी इतने ज़्यादा अच्छे हैं कि कभी मुझे फील ही नहीं हुआ कि मेरा ससुराल है। मुझे तो हालांकि ससुराल फैमिली मायका फैमिली लगती है।
मतलब कि उन्होंने ये नहीं कहना भूख लगी है उठो खाना बना दो, नहीं, उन्होंने खुद ही बना के खा लेना, उठाना नहीं है कि नहीं उसको नहीं उठाना। कोई भी किसी भी चीज़ की पाबंदी नहीं है। ये तो इनकी तो चलो मैं तारीफ़ ही नहीं कर सकती, जितने अच्छे हैं। जैसे मैंने सोचा था मेरे हस्बैंड ऐसे हों, उससे भी कई गुना ज़्यादा बेटर हैं। मेरे नैना सावन भादों, फिर भी मेरा मन प्यासा, फिर भी मेरा मन प्यासा। मेरे नैना सावन भादों, फिर भी मेरा मन प्यासा, फिर भी मेरा मन प्यासा। ਬੋਲੀ ਹੌਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਸਵਾਗਤ ਹੈ ਜੀ। ਅੱਜ ਅਸੀਂ ਫਿਰ ਪਹੁੰਚੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ, ਔਰ ਅੱਜ ਦੀ ਜਿਹੜੀ ਸਟੋਰੀ ਹੈ ਉਹ ਇੱਕ ਰੀਅਲ ਸਟੋਰੀ ਹੈ, ਲਵ ਸਟੋਰੀ ਹੈ। ਔਰ ਇਹੀ ਜਿਹੜਾ ਪ੍ਰੇਮੀ ਜੋੜਾ ਇੱਕ ਲੋਕਾਂ ਵਾਸਤੇ ਮਿਸਾਲ ਵੀ ਬਣ ਰਿਹਾ ਹੈ। ਔਰ ਬਹੁਤ ਸਾਰੀ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਅਸੀਂ ਵੱਖ-ਵੱਖ ਚੈਨਲ ਦੇ ਉੱਤੇ ਦੇਖ ਵੀ ਚੁੱਕੇ ਹਾਂ, ਔਰ ਬਹੁਤ ਸਾਰੇ ਲੋਕ ਇਹਨਾਂ ਨੂੰ ਅਪਰੋਚ ਵੀ ਕਰ ਰਹੇ ਨੇ। ਅਤੇ ਅੱਜ ਅਸੀਂ ਵੀ ਇਹਨਾਂ ਦੀ ਲਵ ਸਟੋਰੀ ਦਾ ਜਿਹੜਾ ਇੱਕ ਹਿੱਸਾ ਬਣਨ ਜਾ ਰਹੇ ਹਾਂ, ਔਰ ਇਹਨਾਂ ਦੀ ਲਵ ਸਟੋਰੀ ਕਿਸ ਤਰ੍ਹਾਂ ਸ਼ੁਰੂ ਹੋਈ, ਲਵ ਸਟੋਰੀ ਤੋਂ ਲਵ ਮੈਰਿਜ ਤੱਕ ਕਿਸ ਤਰ੍ਹਾਂ ਪਹੁੰਚੀ, ਔਰ ਹੁਣ ਜਿਹੜਾ ਹੈਗਾ ਇਹ ਜੋੜੀ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਹੀ ਹੈ। ਆਓ ਆਪਾਂ ਇਹਨਾਂ ਨਾਲ ਹੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਤੁਹਾਡਾ ਨਾਮ ਜੀ? ਮਨਵੀਰ ਸਿੰਘ ਜੀ। ਔਰ ਤੁਹਾਡਾ ਜੀ? पूजा। ਮਨਵੀਰ ਜੀ, ਸਭ ਤੋਂ ਪਹਿਲੇ ਤੇ ਦੱਸੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਰਹਿੰਦੇ ਜੇ, ਔਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਤੁਹਾਡੀਆਂ ਇੰਟਰਵਿਊਜ਼ ਅੱਜ ਕੱਲ੍ਹ ਲੱਗੀਆਂ, ਔਰ ਤੁਸੀਂ ਛਾਏ ਪਏ ਜੇ ਹੈਂ। ਕੀ ਇਹਦੇ ਵਿੱਚ ਰਾਜ ਵੀ ਹੈ, ਔਰ ਕੀ ਤੁਹਾਡੀ ਜਿਹੜੀ ਖਾਸ ਕਰਕੇ ਪ੍ਰੇਮ ਕਹਾਣੀ ਹੈ ਕੀ ਸੀ, ਕਿਸ ਤਰ੍ਹਾਂ ਸ਼ੁਰੂ ਹੋਈ? ਰਾਜ ਤੇ ਕੁਛ ਨਹੀਂ ਜੀ, ਬਸ ਜੋ ਸਾਨੂੰ ਮਤਲਬ ਔਖ ਆਈ ਆਪਾਂ ਉਸ ਤਰੀਕੇ ਨਾਲ ਸਭ ਦੱਸਿਆ ਸੀ, ਅਤੇ ਉਹੀ ਚੀਜ਼ ਮਤਲਬ ਲੋਕਾਂ ਨੂੰ ਪਸੰਦ ਕਰ ਰਹੇ ਕਿ ਮਤਲਬ ਅਗਰ ਇਸ ਤਰੀਕੇ ਨਾਲ ਲੋਕਾਂ ਨਾਲ ਵੀ ਹੁੰਦਾ, ਲੇਕਿਨ ਬਹੁਤ ਘੱਟ ਹੈ ਕਿ ਉਸ ਚੀਜ਼ ਦੇ ਵਿੱਚ ਕਾਮਯਾਬੀ ਮਿਲਦੀ ਆ। ਇਸ ਕਰਕੇ ਉਹ ਚੀਜ਼ ਨੂੰ ਮਤਲਬ ਆਪਾਂ ਮਗਰ ਲੱਗੇ ਰਹੇ, ਅਤੇ ਉਸ ਮਤਲਬ ਜੋ ਚਾਹਿਆ ਸੀ ਉਹ ਮਤਲਬ ਮਿਲਿਆ ਸਾਨੂੰ, ਅਤੇ ਉਹੀ ਆਪਾਂ ਦੱਸਿਆ। ਅਤੇ ਹਰਿਆਣੇ ਤੋਂ ਅੰਮ੍ਰਿਤਸਰ ਤੱਕ ਬਹੁਤ ਸਾਰੀ ਚਰਚਾ ਹੈ ਤੁਹਾਡੀ ਇਸ ਖਾਸ ਕਰਕੇ ਲਵ ਸਟੋਰੀ ਦੀ। ਮੈਂ ਚਾਹਾਂਗਾ ਦਰਸ਼ਕਾਂ ਨੂੰ ਵੀ ਥੋੜ੍ਹਾ ਜਿਹਾ ਪਤਾ ਲੱਗੇ ਕਿ ਕਿਸ ਤਰ੍ਹਾਂ ਤੁਸੀਂ ਸਫਲਤਾ ਹਾਸਲ ਕੀਤੀ ਇਹਦੇ ਵਿੱਚ। ਸਫਲਤਾ ਤਾਂ ਜੀ ਕੁਛ ਨਹੀਂ ਸੀਗੀ, ਸਾਨੂੰ ਤਾਂ ਉਹ ਦੌਰ ਬੜਾ ਔਖਾ ਲੱਗਦਾ ਸੀ ਕਿ ਜਦੋਂ ਮਤਲਬ ਸਾਡੇ ਨਾਲ ਹੋਇਆ ਇੱਦਾਂ। ਵਿਆਹ ਤਾਂ ਹੋ ਗਿਆ, ਵਿਆਹ ਤੋਂ ਬਾਅਦ ਮਤਲਬ ਇਹਨਾਂ ਨੂੰ ਲੈ ਗਏ ਸੀ। ਉਹੀ ਚੀਜ਼ ਜਿਹੜੀ ਆ ਉਹ ਇੱਕ ਮਤਲਬ ਔਖਾ ਸੀਗਾ ਟਾਈਮ, ਅਤੇ ਲਗਭਗ 1.5-2 ਸਾਲ ਜਿਹੜਾ ਸਾਡਾ ਮੇਲ ਨਹੀਂ ਹੋਇਆ, ਮਿਲੇ ਵੀ ਨਹੀਂ। ਅਤੇ ਉਹ ਹਰ ਪਲ ਵਿਆਹ ਤੋਂ ਬਾਅਦ ਵੀ ਇੱਦਾਂ ਹੀ ਲੱਗਦਾ ਸੀ ਕਿ ਮਤਲਬ ਕਈ ਜਦੋਂ ਜਿਹੜੇ ਵਾਕਫ ਬੰਦੇ ਜਾਂ ਰਿਸ਼ਤੇਦਾਰ ਜਾਂ ਕਈ ਜਿਹੜੇ ਜਾਣੂ ਸੀਗੇ ਉਹ ਮਤਲਬ ਮੇਰੀ ਹਾਲਤ ਦੇਖ ਕੇ, ਹਾਲਤ ਤਾਂ ਇਹਨਾਂ ਦੀ ਵੀ ਉੱਥੇ ਬੜੀ ਬੁਰੀ ਹਾਲਤ ਸੀ, ਲੇਕਿਨ ਇਹ ਦੇਖ ਕੇ ਕਿ ਛੱਡ ਦੇ ਯਾਰ ਹੁਣ ਨਹੀਂ ਹੋਣਾ। ਪਲੱਸ ਹੋਵੇ ਨਾ ਲਾਗੇ ਛਾਗੇ ਕਿ ਕੋਈ ਕਿਸੇ ਨੂੰ ਮੈਂ ਸੁਨੇਹਾ ਭੇਜ ਸਕਾਂ, ਕਿਸੇ ਦੇ ਥਰੂ ਕੋਈ ਅਪਰੋਚ ਕਰ ਸਕਾਂ। ਹੈ ਹੀ ਹਰਿਆਣੇ, ਨਾ ਐਡਰੈਸ ਪਤਾ ਨਾ ਕੋਈ ਪਤਾ ਕਿ ਕਿੱਥੇ ਲੈ ਗਏ। ਅਤੇ ਪਰ ਫਿਰ ਵੀ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਲੱਗਾ ਰਿਹਾ। ਸਵੇਰੇ ਉੱਠਦੇ ਸਾਰ ਹੀ ਇਹੀ ਦਿਮਾਗ 'ਚ ਆਉਣਾ ਕਿ ਲੈ ਕੇ ਆਉਣਾ ਪੂਜਾ ਨੂੰ, ਲੈ ਕੇ ਆਉਣਾ, ਵਾਪਸ ਲੈ ਕੇ ਆਉਣਾ। ਚਲੋ ਹੁਣ ਤਾਂ ਬਹੁਤ ਚਿਰ ਹੋ ਗਈ, ਮਤਲਬ ਸਾਨੂੰ 9 ਸਾਲ ਹੋ ਗਏ, ਪਰ ਹਾਲੇ ਵੀ ਦਿਮਾਗ 'ਚ ਉਹ ਚੀਜ਼ ਜਦੋਂ ਆਪਾਂ ਯਾਦ ਕਰਦੇ ਮਤਲਬ ਹੁਣ ਵੀ, ਅਤੇ ਉਹ ਫਿਰ ਇੱਕ ਵਾਰੀ ਨਾ ਉਹੀ ਸਾਰੀ ਸਿਚੁਏਸ਼ਨ 'ਚ ਅੰਦਰ ਬੋਡੀ ਉਸੇ ਪੋਜੀਸ਼ਨ 'ਚ ਪਹੁੰਚ ਜਾਂਦੀ। ਪੂਜਾ, ਕੀ ਕਹਿਣਾ ਵਾ ਜੋ ਹਕੀਕਤ ਜੋ ਸਮਾਂ ਉਹ ਦੱਸ ਰਹੇ ਨੇ, ਇਹਨਾਂ ਨੇ ਕਿਹਾ ਕਿ ਬਹੁਤ ਔਖਾ ਸੀ ਉਦੋਂ। ਮੈਂ ਚਾਹਾਂਗਾ ਕਿ ਤੁਸੀਂ ਵੀ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਇਹ शेयर करो। नहीं, बहुत ज़्यादा मुश्किल था एक हिसाब से, तो पेरेंट्स के लिए भी मुश्किल था, हमारे लिए भी। पर वो कुछ चीज़ें होती हैं जो लाइफ में जैसे होके ही रहती होती, जिसको हम किस्मत का नाम देते हैं, कि कुछ चीज़ें हमारे बस में नहीं होती हैं। तो मैं उसी चीज़ का इसे नाम दूंगी कि
ये चीज़ें आजकल तो मतलब कि यही दौर है कि लव मैरिज। पिछले ज़माने में भी ऐसे होता था कि जो लड़कियां हैं वो जब राजे महाराजों का टाइम होता था कि अपनी चॉइस से अपना वर चुन सकती थी, अपना लाइफ पार्टनर। पर वो उसके बाद इसलिए बंद कर दी गई वो चीज़ें क्योंकि लड़कियां भावनाओं में बह के गलत डिसीज़न ले लेती थी। ये चीज़ तो बहुत टाइम से चली आ रही है, पर जो पेरेंट्स थे उन्होंने इसलिए कि गलत फैसला लड़कियां ले लेती हैं भावनाओं में बह के, उम्र छोटी होती है, इसलिए ये बंद कर दी गई थी। लेकिन जो आज का दौर है, आपको पता है टीवी है, एडवांस हो गया है, तो हर कोई ऐसे चाहता है कि मेरी शादी अपनी मर्ज़ी से हो। हम सोचते तो हैं मर्ज़ी से हो, लेकिन हमें भविष्य के बारे में, अब अपने आने वाले फ्यूचर के बारे में कुछ नहीं पता होता कि फ्यूचर कैसा रहेगा हमारा भी। हमने पर भले ही शादी पेरेंट्स ने की हो, भले ही हमने खुद की हो, अगर जीवन साथी एक दूसरे के साथ तालमेल बना के नहीं रखते तो जीवन व्यर्थ ही है, बेकार ही है, फिर उसका कोई फ़ायदा नहीं, क्योंकि आप दोनों की ज़िंदगी तो ख़राब होनी है, साथ में जो फैमिली है लड़की के मायके वालों की हो जानी है, क्योंकि अगर लड़की दुखी है तो मायके वाले भी दुखी रहते हैं। और जो ससुराल फैमिली है, अगर लड़की सही नहीं, एक दूसरे के साथ झगड़ा चल रहा है तो उनकी भी लाइफ ख़राब हो जाती है, और बच्चों की तो ऑलरेडी होती ही है। पूजा, किस तरह आना होया ਤੁਹਾਡਾ ਹਰਿਆਣਾ ਤੋਂ ਅੰਮ੍ਰਿਤਸਰ ਆਏ ਔਰ किस तरह ये प्रेम प्रसंग ਜਿਹੜਾ ਹੈਗਾ शुरू हो गया ਤੁਹਾਡਾ? जी, एक्चुअली मैं खालसा कॉलेज फॉर वुमेन से मैंने ग्रेजुएशन किया है। ग्रेजुएशन के साथ साथ ही मैं सोशल वर्क करती थी, तो उसी दौरान इनसे मुलाकात हुई मेरी। ये भी काफ़ी सेवा करते हैं। उसी दौरान मुलाकात हुई और बस मुझे यही था कि कोई ऐसा पार्टनर हो जो, चलो अगर किसी की हेल्प करनी हो तो मना ना करें, या फैमिली भी ऐसी हो। तो ये सारे गुण इनमें थे, इनमें और इनकी फैमिली में। फैमिली भी काफ़ी सपोर्टिव है, तो मुझे यही लगा कि क्योंकि वहाँ तो कोई एग्री नहीं होता था कि शादी के बाद भी आप सेवा कर सको। सेवा तो ये नहीं कि कहीं जाके किसी की करनी हो, कि हम खुद ही प्रेजेंट रहें वहाँ पे, वो किसी भी तरीके की हो सकती है। घर बैठ के भी हम किसी की हेल्प कर सकते हैं, फ़ोन पे कर सकते हैं, सही गाइड कर सकते हैं किसी को, या वो किसी भी तरीके की हो सकती है। जब हम निस्वार्थ होके किसी को कोई सलाह भी देते हैं, वो भी सेवा ही है। तो मुझे यही था कि हम दोनों मिलके करें, और वो चीज़ हम कंटिन्यू मिलके कर भी रहे हैं। ਪੂਜਾ, ਪਹਿਲੀ ਵਾਰੀ ਜਦੋਂ ਤੁਸੀਂ ਮਿਲੇ, ਕਿੱਥੇ ਮਿਲੇ ਸੀ ਔਰ ਕਿਸ ਤਰ੍ਹਾਂ ਦੀ ਗੱਲਬਾਤ ਤੁਹਾਡੀ ਹੋਈ? ਕਿਉਂਕਿ ਪਹਿਲੀ ਜਿਹੜੀ ਕਹਿੰਦੇ ਮੁਲਾਕਾਤ ਹੈ, ਉਸ ਵੇਲੇ ਇੱਕ ਦੂਜੇ ਨੂੰ ਜਾਣਨ ਤੋਂ ਬਿਨਾਂ ਗੱਲ ਕਰਨੀ। जी ਮੈਂ ਚਾਹਾਂਗਾ ਕਿ ਤੁਸੀਂ ਦੋਨੇ ਆਪਣੇ ਐਕਸਪੀਰੀਅੰਸ ਜਿਹੜੇ ਹੈਗੇ ਉਸ ਵੇਲੇ ਦੇ ਸ਼ੇਅਰ ਕਰੋ ਕਿ ਦੋਵਾਂ ਦੇ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸੀ ਤੁਹਾਡੀ। जी, मैं फंक्शन में आई थी, घर पे कोई फंक्शन था, तो बस उसी दौरान मुलाकात हुई थी। उसमें कोई ख़ास कोई बात नहीं, बस ठीक ठाक, आप क्या करते हो, ये क्या करते हैं, बस इतनी ही बात हुई थी, इससे ज़्यादा कोई बात नहीं हुई। तो धीरे धीरे हालात ऐसे हुए कि हम लोग कंटिन्यू जैसे मिलते रहे काम के सिलसिले में ही, कि यहाँ जाना है आपने, उसको हेल्प की ज़रूरत है, जैसे मैं अवेलेबल नहीं हूँ तो इनको भेज देना। फिर धीरे धीरे मुझे लगने लगा कि नहीं, ये अच्छे नाइस पर्सन है, फैमिली भी बहुत अच्छी है। तो बस धीरे धीरे, पहले तो ऐसा सोचा नहीं था शादी का, पर वो कुदरती ऐसा मतलब कि संजोग बना कि हमें थोड़े देर बाद, कुछ महीने बाद लगने लगा कि अगर शादी करानी तो ये सोचते थे कि मेरे जैसा लाइफ पार्टनर में, मैं सोचती थी कि इनके जैसा मिले। जी ਮਨਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ? ਬਸ ਇੱਦਾਂ ਹੀ ਜੀ, ਮੇਰੀ ਵੀ ਮਤਲਬ ਜਿੱਦਾਂ ਦਾ ਮੇਰੇ ਦਿਮਾਗ 'ਚ ਸੀਗਾ ਨਾ, ਅਤੇ ਉਸ ਤੋਂ ਕਈ ਗੁਣਾ ਵੱਧ ਕੇ ਹੀ ਮਤਲਬ ਸਾਰੇ ਗੁਣ ਸੀਗੇ, ਪਲੱਸ ਸਾਡੀ ਸੋਚ ਰਲਦੀ ਸੀਗੀ, ਇਸ ਕਰਕੇ ਮੈਂ ਵੀ ਮਤਲਬ ਬਾਕੀ ਮੈਂ ਗੱਲਬਾਤ ਕਰਨ ਦੇ ਵਿੱਚ ਤਾਂ ਬੜਾ ਮਤਲਬ ਥੋੜ੍ਹਾ ਝਿਜਕਦਾ ਸੀ, ਪਰ ਫਿਰ ਵੀ ਸਾਡੀ ਹੌਲੀ ਹੌਲੀ ਕਰਕੇ ਗੱਲ ਮਤਲਬ ਇੱਕ ਦੂਜੇ ਦੇ ਨਾਲ ਹੋਈ ਵਿਆਹ ਬਾਰੇ। ਪਰ ਜਦੋਂ ਹੋਈ, ਇਹ ਬੜੀ ਜਲਦੀ ਪ੍ਰੋਸੈਸ ਹੋ ਗਿਆ, ਉਸ ਤੋਂ ਬਾਅਦ ਆਪਾਂ ਫੈਸਲਾ ਵੀ ਜਲਦੀ ਲੈ ਲਿਆ, ਪਰ ਉਹ ਝਟਪਟ ਕਾਰਨ ਸਾਰਾ ਜਿਹੜਾ ਹੋ ਗਿਆ, ਉਸ ਤੋਂ ਬਾਅਦ ਜਿਹੜਾ ਲੰਬਾ ਟਾਈਮ ਸੀਗਾ ਨਾ, ਉਹ ਬੜਾ ਪੀੜਾਦਾਈ ਸੀ। ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ ਤੁਸੀਂ ਉਸ ਬਾਰੇ ਵੀ ਜ਼ਰੂਰ ਦੱਸੋ ਕਿ ਕਿਉਂਕਿ ਜਦੋਂ ਅਸੀਂ ਮਾਂ ਬਾਪ ਤੋਂ ਬਿਨਾਂ, ਉਹਨਾਂ ਦੀ ਆਗਿਆ ਤੋਂ ਬਿਨਾਂ ਅਸੀਂ ਜੋ ਕੁਝ ਕਰਦੇ ਹਾਂ ਅਤੇ ਮੁਸ਼ਕਲਾਂ ਤਾਂ ਆਉਣੀਆਂ, ਚਾਹੇ ਕਿਉਂਕਿ ਜਿਸ ਤਰ੍ਹਾਂ ਪਤਾ ਚੱਲਿਆ ਕਿ ਤੁਹਾਡੇ ਪੇਰੈਂਟਸ ਤਾਂ ਤੁਹਾਡੇ ਨਾਲ ਸੀ, ਉਹ ਸਹਿਮਤ ਸੀ, ਲੇਕਿਨ ਪੂਜਾ ਦੇ ਜਿਹੜੇ ਪੇਰੈਂਟਸ ਆ ਉਹ ਇਸ ਚੀਜ਼ ਨੂੰ ਸਹਿਮਤ ਨਹੀਂ ਸੀ। ਨਹੀਂ, ਅੱਜ ਕੱਲ੍ਹ ਵੈਸੇ ਹੈ ਤਾਂ ਸਾਰੇ ਐਡਵਾਂਸ ਹੀ ਹੈ, ਪਰ ਉੱਥੋਂ ਦਾ ਨਾ ਹਰਿਆਣੇ ਦਾ ਕਲਚਰ ਇਸ ਤਰੀਕੇ ਦਾ ਕਿ ਲੋਕ ਕੀ ਕਹਿਣਗੇ, ਇਹੀ ਸੋਚ ਕੇ ਮਾਂ ਪਿਓ ਨਾ ਮਤਲਬ ਥੋੜ੍ਹਾ ਡਰਦੇ ਰਹਿੰਦੇ। ਉੱਦਾਂ ਇਹ ਨਹੀਂ ਹੈ ਕਿ ਬਹੁਤ ਮਤਲਬ ਪਿਛੜੇ ਹੋਈ ਸੋਚਦੇ ਨੇ, ਵਧੀਆ ਨੇ, ਮਤਲਬ ਐਡਵਾਂਸ ਸੋਚਦੇ ਨੇ, ਲੇਕਿਨ ਇੱਕ ਸਮਝਦੇ ਨਾ ਸਾਰਾ ਜਿਹੜਾ ਇੱਕ ਉੱਥੋਂ ਦਾ ਮਾਹੌਲ ਆ,
ਉਹਨੂੰ ਦੇਖ ਕੇ ਕੋਈ ਸਟੈਪ ਨਹੀਂ ਚੁੱਕ ਪਾਉਂਦੇ, ਡਰਦੇ ਨੇ। ਅਤੇ ਦੂਸਰਾ ਇਸੇ ਚੱਕਰ 'ਚ ਮਤਲਬ ਉਹ ਕਦੀ ਕਿਸੇ ਨੇ ਕੁਛ ਸਲਾਹ ਦਿੱਤੀ, ਕਦੀ ਕਿਸੇ ਨੇ ਕੁਛ ਸਲਾਹ ਦਿੱਤੀ, ਅਤੇ ਉਹ ਆਪਣਾ ਮਾਈਂਡ ਸੈੱਟ ਨਾ ਕਰ ਪਾਏ, ਜਿਹਦੇ ਕਰਕੇ ਟਾਈਮ ਪੀਰੀਅਡ ਸਾਡਾ ਬੜਾ ਪੀੜਾਦਾਈ। ਅਤੇ ਉਹ ਜਦੋਂ ਇੱਥੋਂ ਮਤਲਬ ਸਾਡਾ ਜਦੋਂ ਵਿਆਹ ਹੋ ਗਿਆ, ਆਪਾਂ ਵੈਸੇ ਕੋਰਟ 'ਚ ਹੀ ਮੈਰਿਜ ਕੀਤੀ ਸੀ ਕਿ ਕੱਲ੍ਹ ਨੂੰ ਕੋਈ ਦਿੱਕਤ ਆਵੇ ਨਹੀਂ। ਵੈਸੇ ਆਪਾਂ ਅਪਰੋਚ ਕੀਤੀ ਸੀ ਘਰ ਤੱਕ, ਪਰ ਅੱਗੋਂ ਨਾ ਜਿੱਦਾਂ ਮੈਂ ਕਿਸੇ ਨਾ ਕਿਸੇ ਥਰੂ ਕੀਤੀ, ਉਹ ਸਿਆਣਿਆਂ ਤੱਕ ਗੱਲ ਪਹੁੰਚ ਨਹੀਂ ਪਾਈ, ਅਤੇ ਜਿਹਦੇ ਕਰਕੇ ਉਹ ਮਤਲਬ ਸਾਨੂੰ ਉਹ ਵੀ ਮਤਲਬ ਬਾਅਦ 'ਚ ਕਹਿੰਦੇ ਕਿ ਤੁਸੀਂ ਸਾਡੇ ਤੱਕ ਕਿਸੇ ਤਰੀਕੇ ਨਾਲ ਗੱਲ ਪਹੁੰਚਾਉਣੀ ਸੀ। ਪਰ ਆਪਾਂ ਆਪਣੇ ਵੱਲੋਂ ਜ਼ੋਰ ਤਾਂ ਪੂਰਾ ਲਾਇਆ, ਅਤੇ ਪਰ ਨਹੀਂ, ਗੱਲ ਨਹੀਂ ਬਣੀ। ਫਿਰ ਇਸ ਕਰਕੇ ਆਪਾਂ ਫੈਸਲਾ ਲਿੱਤਾ ਸੀ ਆਪੇ ਕੋਰਟ ਮੈਰਿਜ ਜਿਹੜੀ ਕਰਨੀ ਪੈਣੀ। ਉਸ ਵੇਲੇ ਕੋਈ ਤੁਹਾਡੇ ਇਨਲਾਸ ਫੈਮਿਲੀ ਦੇ ਵੱਲੋਂ ਤੁਹਾਨੂੰ ਕੋਈ ਫੋਨ ਆਏ ਹੋਣ ਜਾਂ ਕੁਛ ਕੋਈ ਇਸ ਤਰ੍ਹਾਂ ਦੀ ਕੋਈ ਹੋਇਆ ਵਿਆਹ ਤੋਂ ਪਹਿਲੇ? ਹਾਂ, ਨਹੀਂ, ਵਿਆਹ ਤੋਂ ਪਹਿਲੇ ਉਹਨੂੰ ਫਿਰ ਸਾਰੀ ਗੱਲ ਦੱਸਾਂ ਤਾਂ ਫਿਰ ਲੰਬਾ ਹੋ ਜਾਣਾ। ਵਿਆਹ ਤੋਂ ਪਹਿਲੇ ਆਪਾਂ ਮਤਲਬ ਗੱਲ ਕੀਤੀ, ਮੈਂ ਪਾਪਾ ਨੂੰ ਇੱਕ ਵਾਰੀ ਜਾਂ ਮੰਮੀ ਨੂੰ ਇੱਕ ਵਾਰੀ ਕਿਹਾ ਕਿ ਜਾ ਕੇ ਮਿਲ ਕੇ ਆਓ। ਉੱਦਾਂ ਹੋ ਕੇ ਵੀ ਆਏ। ਉਹਨਾਂ ਦੇ ਮਤਲਬ ਜਿਵੇਂ ਮਦਰ ਨੂੰ ਥੋੜ੍ਹਾ ਬਹੁਤਾ ਗੱਲ ਆਪਾਂ ਸ਼ੇਅਰ ਕੀਤੀ, ਲੇਕਿਨ ਉਹ ਅੱਗੇ ਤੱਕ ਨਾ ਤੁਹਾਨੂੰ ਡਿਟੇਲ 'ਚ ਜੇ ਦੱਸਾਂ ਤਾਂ ਮਤਲਬ ਘਰਦਿਆਂ ਤੱਕ ਉਹਨਾਂ ਨੇ ਅੱਗੋਂ ਰਿਸਪੌਂਸ ਨਹੀਂ ਦੇਣ ਦਿੱਤਾ ਚੰਗੀ ਤਰ੍ਹਾਂ। ਮਤਲਬ ਆਪਾਂ ਤਾਂ ਕਿਸੇ ਨਾ ਕਿਸੇ ਥਰੂ ਹੀ ਕਰਨੀ ਸੀ ਨਾ, ਜਿਹਦੇ ਕਰਕੇ ਉਹ ਫਿਰ ਉਹ ਗੱਲ ਰਹਿ ਗਈ। ਅਤੇ ਉਸ ਤੋਂ ਬਾਅਦ ਫਿਰ ਜਦੋਂ ਮਤਲਬ ਇੱਥੇ ਇੱਕ ਵਾਰੀ ਤਾਂ ਇਹ ਲੈ ਗਏ, ਕਿਉਂਕਿ ਇੱਥੇ ਇਹਨਾਂ ਦੇ ਫਾਦਰ ਦੀ ਇੱਥੇ ਪੋਸਟਿੰਗ ਸੀਗੀ ਆਪਣਾ ਆਰਮੀ 'ਚ ਹੈ ਨਾ। ਅਤੇ ਉਹ ਜਦੋਂ ਇਹ ਘਰ ਗਏ ਅਤੇ ਉਹਨਾਂ ਨੂੰ ਵੀ ਘਰਦਿਆਂ ਨੂੰ ਥੋੜ੍ਹਾ ਉਹਨਾਂ ਨੇ ਕਿਸੇ ਤਰੀਕੇ ਨਾਲ ਘਰਦਿਆਂ ਨੂੰ ਸਮਝਾਇਆ ਕਿ ਇਹਨੂੰ ਲੈ ਜਾਓ ਇੱਥੋਂ, ਅਤੇ ਠੀਕ ਨਹੀਂ ਆ। ਅਤੇ ਉਹ ਲੈ ਗਏ। ਜਦੋਂ ਮੈਨੂੰ ਲੱਗਾ ਕਿ ਹੁਣ ਨਹੀਂ ਲੱਗਦਾ ਵਾਪਸ, ਅਤੇ ਪਤਾ ਨਹੀਂ ਸਾਡਾ ਮੇਲ ਹੋਣਾ ਕਿ ਨਹੀਂ ਹੋਣਾ। ਪਰ ਦੁਬਾਰਾ ਜਦੋਂ ਇੱਕ ਵਾਰੀ ਫੋਨ ਆਇਆ ਮੈਨੂੰ, ਕਿਉਂਕਿ ਫੋਨ ਨਹੀਂ ਹੁੰਦਾ ਸੀ ਇਹਨਾਂ ਕੋਲ, ਅਤੇ ਉਹ ਫੋਨ ਲੈ ਲਿਆ ਸੀ। ਅਤੇ ਫਿਰ ਜਦੋਂ ਫੋਨ ਆਇਆ ਕਿ ਮੈਂ ਆਈ ਹਾਂ, ਇੱਕ ਵਾਰੀ ਮਿਲ ਜਾਓ, ਅਤੇ ਮੈਂ ਆਪਣਾ ਗਿਆ ਅਤੇ ਲੈ ਕੇ ਆਇਆ। ਮੈਂ ਕਿਹਾ ਹੁਣ ਜੇ ਗਏ ਤਾਂ ਫਿਰ ਦੁਬਾਰਾ ਕਦੇ ਨਹੀਂ ਮੇਲ ਹੋ ਪਾਉਣਾ। ਫਿਰ ਆਪਾਂ ਦੋਨਾਂ ਨੇ ਡਿਸੀਜਨ ਕੀਤਾ ਕਿ ਮਤਲਬ ਹੁਣ ਮੈਰਿਜ ਕਰ ਲਈਏ, ਹੁਣ ਟਾਈਮ ਆ ਗਿਆ ਸਹੀ। ਉਸ ਵੇਲੇ ਵੀ ਆਪਾਂ ਮਤਲਬ ਉਹ ਜਿਹੜਾ ਵਿਆਹ ਦਾ ਟਾਈਮ ਵੀ ਨਾ ਸਾਡੇ ਵਾਸਤੇ ਬੜਾ ਮਤਲਬ ਸਟਰੈਸਫੁਲ ਸੀਗਾ ਕਿ ਕਿਸ ਤਰੀਕੇ ਨਾਲ ਇਹਨੂੰ ਸਟੈਪ ਜਿਹੜਾ ਚੁੱਕ ਤੇ ਲਿਆ। ਪਰ ਜਦੋਂ ਵਿਆਹ ਹੋ ਗਿਆ, ਉਹ ਇੱਕ ਹਫ਼ਤਾ ਬੜਾ ਡਰਦੇ ਕੱਟਿਆ ਆਪਾਂ। ਫਿਰ ਉਸ ਤੋਂ ਬਾਅਦ ਮਿਲਣ ਲਈ ਮਤਲਬ ਫੋਨ ਕੀਤਾ, ਕਿਉਂਕਿ ਉਹ ਇਹੀ ਦੇਖਦੇ ਪਏ ਸੀ ਕਿ ਕਿੱਥੇ ਚਲੇਗੀ ਕੁੜੀ, ਇਹ ਇੱਕ ਹਫ਼ਤੇ ਦੀ ਗੈਪ ਆ, ਕਿੱਥੇ ਗਈ। ਮੈਨੂੰ ਫੋਨ ਆਉਂਦੇ ਸੀ। ਹੁਣ ਮੈਂ ਡਾਇਰੈਕਟਲੀ ਤਾਂ ਦੱਸ ਨਹੀਂ ਸਕਦਾ ਸੀ ਕਿ ਮੇਰੇ ਕੋਲ ਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਵੀ ਦੇਖਣ ਦਿਆਂ। ਮੈਂ ਵੀ ਉਸ ਵੇਲੇ ਗਲਤੀ ਕੀਤੀ। ਮੈਂ ਉਸ ਵੇਲੇ ਉਹਨਾਂ ਦੇ ਨਾਲ ਹੀ ਲੱਭਦਾ ਰਿਹਾ ਕਿ ਕਿੱਥੇ ਪੂਜਾ। ਫਿਰ ਪਰ ਮਤਲਬ ਦੱਸਣ ਇਹਨਾਂ ਨੇ ਨਹੀਂ ਦਿੱਤਾ ਸੀ ਕਿ ਉਹ ਘਰ ਦੇ ਇੱਕੋ ਦਮ ਪਰੇਸ਼ਾਨ ਹੋ ਜਾਣਗੇ। ਉਹ ਟਾਈਮ ਫਿਰ ਮੈਂ ਨਾਲ ਉਹਨਾਂ ਦੇ ਕਿ ਯਾਰ ਇੱਥੋਂ ਇਹਨਾਂ ਕੋਲ ਫੋਨ ਕਰਾ ਦੇਣਾ, ਉਹਨਾਂ ਨੇ ਦੇਖਣਾ ਹਾਂ ਫਲਾਨੀ ਜਗ੍ਹਾ ਤੋਂ ਫੋਨ ਆਇਆ, ਮੈਂ ਵੀ ਨਾਲ। ਅਤੇ ਫਿਰ ਜਦੋਂ ਉੱਧਰੋਂ ਇਹ ਵਿਹਲੇ ਹੋਏ ਵਾਪਸ ਆਏ, ਅਤੇ ਫਿਰ ਉਹਨਾਂ ਨੂੰ ਮੈਂ ਛੋਟੀ ਸਿਸਟਰ ਨੂੰ ਇਹਨਾਂ ਦੀ ਨੇ ਦੱਸਤਾ ਸੀ ਕਿ ਇੱਦਾਂ ਇਹਨਾਂ ਕੋਲ ਫੋਨ ਕਰਾਤਾ ਸੀ। ਅਤੇ ਉਹ ਕਹਿੰਦੇ ਜੀ ਇੱਕ ਵਾਰੀ ਮਿਲ ਜਾਓ। ਉਹ ਬਸ ਉਹੀ ਗਲਤੀ ਹੋ ਗਈ। ਇੱਕ ਵਾਰੀ ਜਿਹੜਾ ਨਾ ਦਰਬਾਰ ਸਾਹਿਬ ਮਿਲਣਗੇ, ਉੱਥੋਂ ਹੀ ਉਹ ਤਰੀਕੇ ਨਾਲ ਬਸ ਹੁਣੇ ਆਪਾਂ ਵਾਪਸ ਆ ਜਾਣਾ। ਉਹ ਟਾਈਮ ਤੋਂ ਯਾਦ ਮਤਲਬ ਉਹੀ ਚੀਜ਼ ਪਿਕਚਰ 'ਚ ਦਿਮਾਗ 'ਚ ਆਉਂਦੀ ਰਹੀ ਕਿ ਮੇਰੇ ਕੋਲ ਜੋੜੇ ਆਪਾਂ ਜੋੜੇ ਲਾ ਕੇ ਗਏ, ਇਹਨਾਂ ਦੇ ਵੀ ਜੋੜੇ ਉਹ ਮੈਂ ਹੀ ਲੈ ਕੇ ਆਇਆ, ਇਹ ਨੰਗੇ ਪੈਰੀ ਉੱਥੋਂ ਉੱਦਾਂ ਹੀ। ਅਤੇ ਉੱਥੋਂ ਫਿਰ ਜਿੱਦਾਂ ਇਹ ਮਤਲਬ ਲੈ ਗਏ, ਉਸ ਤੋਂ ਬਾਅਦ ਜਿਹੜਾ 2 4 5 ਵਾਰੀ ਸਾਡੀ ਫੋਨ 'ਤੇ ਗੱਲਾਂ ਹੋਈਆਂ। ਫਿਰ ਉਹਨਾਂ ਨੇ ਚੰਗੀ ਤਰ੍ਹਾਂ ਆਪਣੇ ਮਤਲਬ ਮਾਈਂਡ ਸੈੱਟ ਕਰ ਲਿਆ ਕਿ ਨਹੀਂ ਹੁਣ ਤਾਂ ਜਾਣਾ ਨਹੀਂ। ਫਿਰ ਉਹਨਾਂ ਜਾਂ ਸਮਝ ਲਓ ਕਿ ਮੈਂ ਮਰ ਜਾਣਾ ਵਾਂ, ਅਤੇ ਜੇ ਤੂੰ ਗਈ ਤਾਂ ਬਸ ਇਹੀ ਗੱਲਾਂ ਕਹਿ ਕੇ ਆਪਣੇ ਅੰਡਰ ਕਰ ਲਿਆ। ਫਿਰ ਆਪਾਂ ਉਹੀ ਜਿਹੜੀ ਨਾ ਕੋਰਟ 'ਚੋਂ ਲੈਟਰ ਮਿਲੀ ਹੁੰਦੀ ਕਿ ਤੁਸੀਂ ਇਹ ਇੱਕ ਵਾਰੀ ਘਰਦਿਆਂ ਤੱਕ ਪਹੁੰਚਾਓ, ਉਹ ਸਾਡੀ ਗਲਤੀ ਸੀ, ਆਪਾਂ ਪਹੁੰਚਾਈ ਨਹੀਂ। ਉਹ ਬਾਅਦ 'ਚ ਦਿੱਤੀ। ਫਿਰ ਉਹਨਾਂ ਨੇ ਬੁਲਾਇਆ ਉੱਥੇ SSP ਆਫਿਸ। ਉੱਥੇ ਜਾ ਕੇ ਮੈਂ ਤਾਂ ਪੂਰਾ ਵਿਸ਼ਵਾਸ 'ਚ ਸੀਗਾ ਆਪਣੇ ਮਤਲਬ ਕਿ ਮੇਰੇ ਨਾਲ ਆ ਜਾਣਾ, ਉਸੇ ਵੇਲੇ ਕਹਿਣਾ ਕਿ ਮੈਂ ਇਹਦੇ ਨਾਲ ਜਾਣਾ। ਪਰ ਉੱਥੇ ਹੋਇਆ ਕਿ ਪੁੱਛਿਆ ਉਹਨਾਂ ਨੇ ਕਿ ਬੇਟਾ ਕਿਹਦੇ ਕੋਲ ਜਾਣਾ, ਮੈਂ ਜੀ ਘਰਦਿਆਂ ਨਾਲ। ਅਤੇ ਬਸ ਪਰ ਮੈਨੂੰ ਇੰਨਾ ਪਤਾ ਲੱਗ ਗਿਆ ਸੀ ਕਿ ਫੋਰਸਫੁਲ ਹੋ ਰਿਹਾ ਸਾਰਾ। ਅਤੇ ਫਿਰ ਅਗਲੀ ਵਾਰੀ ਫਿਰ ਬੁਲਾਇਆ, ਫਿਰ ਕਹਿ ਤਾ ਮੈਂ ਘਰਦਿਆਂ ਨਾਲ। ਫਿਰ ਤੀਜੀ ਵਾਰੀ ਮੈਂ ਉਹਨਾਂ ਨੂੰ ਕਿਹਾ ਇੱਕ ਵਾਰੀ ਹੋਰ, ਉਹ ਤੀਜੀ ਵਾਰੀ ਫਿਰ ਫਾਈਨਲ ਕਰਤਾ ਕਿ ਨਹੀਂ ਜਾਣਾ ਨਹੀਂ ਜੀ। ਉਹਨਾਂ ਨੇ ਆਪਣੇ ਵੱਲੋਂ 2 4 ਸ਼ਰਤਾਂ ਰੱਖੀਆਂ ਸੀ, ਪਰ ਉਹੀ ਕਿ ਮਤਲਬ ਕੰਮ ਨਹੀਂ ਤੇਰਾ ਇੱਦਾਂ ਕੋਈ ਖਾਸ ਨਹੀਂ ਵਧੀਆ, ਜਾਂ ਮਤਲਬ ਆਪਾਂ ਸਰਦਾਰ ਹਾਂ ਅਤੇ ਇਸ ਕਰਕੇ ਥੋੜ੍ਹਾ ਫਰਕ ਹੁੰਦਾ, ਇਹ ਹਿੰਦੂ ਫੈਮਿਲੀ ਆ। ਅਤੇ ਉਹ 2 4 ਗੱਲਾਂ ਕਰਕੇ ਬਸ। ਪਰ ਉਹ ਚੀਜ਼ਾਂ ਜਿਹੜੀਆਂ ਉਹ ਕੋਈ ਅੱਜ ਕੱਲ੍ਹ ਇੰਨਾ ਨਹੀਂ ਮਾਇਨੇ ਰੱਖਦੀਆਂ। ਫਿਰ ਹੌਲੀ ਕਰਕੇ ਜਦੋਂ ਟਾਈਮ ਬੀਤਦਾ ਗਿਆ ਮੈਂ ਜ਼ਿਆਦਾ ਹੀ ਸਟਰੈਸ ਦੇ ਵਿੱਚ, ਫਿਰ ਟੈਨਸ਼ਨ, ਫਿਰ ਉਹ ਟੈਨਸ਼ਨ ਦੇ ਵਿੱਚ ਮਤਲਬ ਜਿਹੜਾ 1.5 ਸਾਲ ਜਿਹੜਾ ਨਾ ਬੜੀਆਂ ਗੱਲਾਂ ਹੋਈਆਂ, ਕਦੀ ਬਾਰ ਟਾਰਚਰ ਕਰਨ ਵਾਸਤੇ ਉਹਨਾਂ ਨੂੰ, ਕਿ ਟਾਰਚਰ ਨਹੀਂ ਮਤਲਬ ਕਿਸੇ ਤਰੀਕੇ ਨਾਲ ਗੱਲ ਹੋਵੇ, ਫੋਨ ਕਰਨਾ
ਜਾਂ ਕਿਸੇ ਤੋਂ ਕਰਾਉਣਾ, ਅੱਗੋਂ ਉਹਨਾਂ ਨੇ ਵੀ ਪਰੇਸ਼ਾਨ ਹੋ ਜਾਣਾ। ਅਤੇ ਮੈਂ ਤਾਂ ਹੈਗਾ ਹੀ, ਮੈਂ ਤਾਂ ਸਵੇਰੇ ਉੱਠਦੇ ਸਾਰ ਮੈਨੂੰ ਕੋਈ ਕੰਮ ਹੀ ਨਹੀਂ, ਮੈਂ ਪੂਜਾ 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 ਇੱਕੋ ਗੱਲ ਘੁੰਮੀ ਜਾਣਾ, ਅਤੇ ਮੈਂ ਉਹ ਕਰੀ ਜਾਣਾ। ਦਿਨ ਵੇਲੇ ਤਾਂ ਸਾਰਿਆਂ ਨੇ ਕਹਿਣਾ ਯਾਰ ਛੱਡ ਪਰੇ, ਫਿਰ ਥੋੜ੍ਹਾ ਦਿਮਾਗ 'ਚ ਆਉਣਾ ਯਾਰ ਛੱਡ ਦੇ ਕੋਈ ਗੱਲ ਨਹੀਂ, ਅਤੇ ਪਰ ਨਹੀਂ, ਫਿਰ ਦਿਮਾਗ ਜਦੋਂ ਨੀਂਦ ਹੀ ਨਹੀਂ ਆਉਣੀ, ਸੋਣਾ ਅਤੇ ਫਿਰ ਵੀ ਦਿਮਾਗ 'ਚ ਯਾਰ ਕੀ ਹੁੰਦਾ ਹੋਏਗਾ ਉਸ ਵੇਲੇ। ਮਤਲਬ ਹਰ ਇੱਕ ਚੀਜ਼ ਜਿਹੜੀ ਵੀ ਇੱਥੇ ਕੋਈ ਚੀਜ਼ ਮਤਲਬ ਪਈ ਇਹਨਾਂ ਦੀ, ਉਹ ਦਿਮਾਗ 'ਚ ਘੁੰਮੀ ਜਾਣੀ ਦੇਖ ਕੇ ਕਿ ਉਹ ਯਾਰ। ਜਿਸ ਤਰ੍ਹਾਂ ਕਿ ਮੈਂ ਗੱਲ ਕੀਤੀ ਉਹਨਾਂ ਦੇ ਨਾਲ ਕਿ ਤੁਹਾਡਾ ਹਰਿਆਣੇ ਦਾ ਕਲਚਰ ਕੁਛ ਪੰਜਾਬ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੈ, ਔਰ ਕਿਸ ਤਰ੍ਹਾਂ ਫਿਰ ਆਪਣੇ ਆਪ ਨੂੰ ਤੁਸੀਂ ਪੰਜਾਬੀਅਤ ਦੇ ਵਿੱਚ, ਉਹ ਵੀ ਮਾਝੇ ਦੇ ਵਿੱਚ, ਕਿਸ ਤਰ੍ਹਾਂ ਫਿਰ ਆਪਣੇ ਆਪ ਨੂੰ ਢਾਲਿਆ, ਔਰ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦਾ ਹੁਣ ਹੈਗਾ, ਕਿਉਂਕਿ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਤੁਹਾਡੀ ਜੁਆਇੰਟ फैमिली है। हाँ जी, कल्चर हरियाणा का और यहाँ का बहुत ज़्यादा डिफरेंट है। मैं बोलती थी कि मैंने कभी सरदार नहीं देखा, तो लोगों को यकीन नहीं होता था कि ऐसा हो सकता है। वहाँ गांव में हम रहते थे, और जो सरदार हैं वो गांव मतलब कि शहर में सिरसा, हिसार, मतलब कि मेन सिटीज़ में हैं। आसपास के गांव में भी कोई सरदार कभी नहीं देखा। जो हमारे रिश्तेदार हैं उनमें भी कोई सरदार नहीं, मतलब कि ऐसे टीवी में देखे मैंने, रियल में कोई कभी सरदार नहीं देखा। तो क्या कहते हैं, उसके बाद जब मैं पंजाब में आई तो मुझे तो एक तो चेहरों की पहचान ही नहीं होती थी, सब सेम लगते थे। सब ने पगड़ी बांधी, सब ने दाढ़ी रखी, मतलब कि सबकी शक्लें मुझे सिमिलर एक जैसी लगती थी। मुझे कितने मतलब कि 2 महीने ऐसे ही रहता था, पहचान ही नहीं होती थी किसी की। कोई बंदा मिला एक ही जैसे लगते थे। फिर मैं जब टर्बन देखती थी तो मुझे ऐसा लगता था कि ये कैसे बांधते हैं, कैसे करते होंगे। भाषा तो कुछ नहीं समझ लगती थी। मैं सोचती थी गाने तो हमें समझ लग जाते थे, बोली क्यों नहीं समझ आ रही, क्योंकि बोली वो फास्ट बोलते हैं, बड़ी फास्ट, और बड़े शब्द होते हैं जो थोड़े मुश्किल होते हैं, कुछ नहीं समझ लगता। तो फिर फ्रेंड से पूछना क्या बोल रहे हैं, धीरे धीरे आदत पड़ गई 6 महीने साल में। फिर उसके बाद मैंने ऊड़ा एड़ा सीखा, पंजाबी लिखनी सीखी, पाठ करना सीखा। घर में अब मैं बोलती हूँ थोड़ी थोड़ी, ज़्यादा नहीं क्लियर बोली जाती मुझसे, पर काफ़ी हद तक घर में कोशिश होती पंजाबी बोलती हूँ। ਜਿਸ ਤਰ੍ਹਾਂ ਪੂਜਾ ਤੁਸੀਂ ਲਵ ਮੈਰਿਜ ਕਰਾਈ ਹੈ, ਔਰ ਜਿਸ ਤਰ੍ਹਾਂ ਚਲੋ ਸਪੋਰਟ ਸੀ ਇਹਨਾਂ ਦੀ ਫੈਮਿਲੀ ਦੀ, ਲੇਕਿਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹਨਾਂ ਜੋੜਿਆਂ ਨੂੰ ਆਉਂਦੀਆਂ ਜਿਹੜੇ ਆਪਣੀ ਮਰਜ਼ੀ ਕਰਦੇ ਨੇ। ਤੁਸੀਂ ਵੀ ਆਪਣੀ ਮਰਜ਼ੀ ਕੀਤੀ ਸੀ, ਲੇਕਿਨ ਫਿਰ ਵੀ ਕਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਤੁਹਾਡਾ ਹੈਗਾ, ਖਾਸ ਕਰਕੇ ਤੁਹਾਡੇ ਸਾਸੂ ਮਾਂ ਵੀ ਹੈ, ਤੁਹਾਡੀਆਂ ਨਨਾਣ ਵੀ ਹੈ। जी, सभी इतने ज़्यादा अच्छे हैं कि कभी मुझे फील ही नहीं हुआ कि मेरा ससुराल है। मुझे तो हालांकि ससुराल फैमिली मायका फैमिली लगती है। सभी मदर इन लोग भी बहुत ज़्यादा अच्छे हैं, हर बात मैं उनसे शेयर कर सकती हूँ, वो भी मुझसे करते हैं। सिस्टर हैं जो मेरी ननंद हैं, वो मतलब कि बहनों से भी ज़्यादा उनके साथ रिश्ता है कि बहुत ज़्यादा, मतलब कि एक दूसरे के साथ अच्छा रिलेशन है। पापा हैं, पापा भी बड़े अच्छे, वो तो मनवीर और पापा तो किचन में आधे से ज़्यादा काम ये दोनों करते हैं मुझे कभी कहते नहीं हैं। मतलब कि अगर कोई काम कर रहा है तो पापा खुद करने लगते हैं, ये खुद करने लगते हैं। और अगर मैं 9 साल हो गए हैं शादी को, जब बच्चे रात को तंग करें, नहीं भी तंग करें, अगर मैं किसी वजह से लेट उठूँ तो कभी किसी ने भी नहीं उठाया आज तक, ना मम्मी ने ना पापा ने, किसी ने भी नहीं। मतलब कि उन्होंने ये नहीं कहना भूख लगी है उठो खाना बना दो, नहीं, उन्होंने खुद ही बना के खा लेना, उठाना नहीं है कि नहीं उसको नहीं उठाना। कोई भी किसी भी चीज़ की पाबंदी नहीं है। जैसे कोई को कपड़े पहनने पे या कुछ भी, उनको इतना पता है कि जो भी मैं करूँगी, जो भी डिसीज़न होगा सही होगा, किसी चीज़ के लिए कोई पूछते नहीं है। और ये तो इनकी तो चलो मैं तारीफ़ ही नहीं कर सकती, जितने अच्छे हैं। जैसे मैंने सोचा था मेरे हस्बैंड ऐसे हों, उससे भी कई गुना ज़्यादा बेटर हैं। ये वाली जो बिजनेस वाली बात है, ਮਨਵੀਰ ਜੀ ਤੁਸੀਂ ਵੀ ਦੱਸੋ ਕਿ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆ ਗਿਆ, ਕਿ ਕਿਉਂਕਿ ਜੋ ਸਾਨੂੰ ਪਤਾ ਲੱਗਾ ਕਿ ਬਹੁਤ ਜ਼ਿਆਦਾ ਤੁਹਾਡੇ ਨਾਲੋਂ ਜ਼ਿਆਦਾ ਵਰਕ ਮੇਰੇ ਖਿਆਲ ਇਹ ਸ਼ੌਪ ਦੇ ਉੱਤੇ ਇਹਨਾਂ ਦਾ ਹੈਗਾ। ਹਾਂਜੀ, ਸ਼ੌਪ 'ਤੇ ਵਰਕ ਮਤਲਬ ਕੰਮ 'ਤੇ ਕਰਨਾ ਹੁੰਦਾ, ਮਤਲਬ ਜਿਹੜਾ ਡਿਜ਼ਾਈਨ ਕੋਈ ਕਰਨਾ ਜਾਂ ਚੀਜ਼, ਉਸ ਚੀਜ਼ 'ਚ ਮੇਰੀ ਚਲੋ ਮੈਨੂੰ ਰੱਬ ਨੇ ਦਿੱਤੀ ਦਾਤ ਕਿ ਮੈਂ ਚੀਜ਼ ਉਹ ਮਤਲਬ ਵਧੀਆ ਤਰੀਕੇ ਨਾਲ ਤਿਆਰ ਕਰਦਾ, ਡਿਜ਼ਾਈਨ ਕਰਦਾ। ਪਰ ਮੇਰੇ 'ਚ ਇੱਕ ਥੋੜ੍ਹੀ ਜਿਹੀ ਕਮੀ ਹੈਗੀ ਕਿ ਮੈਂ ਕਸਟਮਰ ਹੈਂਡਲਿੰਗ 'ਚ ਬੜਾ ਉਹਨਾਂ ਜਲਦੀ ਬੋਰ ਹੋ ਜਾਣਾ, ਜਾਂ ਜਲਦੀ ਉਸ ਚੀਜ਼ ਤੋਂ ਕਿਸੇ ਮਤਲਬ 8-10 ਕਸਟਮਰਾਂ ਨੇ ਕਹਿ ਗਿਆ ਆ ਜਾਓ ਯਾਰ ਆਹ ਚੀਜ਼ ਦੇਖ ਲਓ ਤੁਸੀਂ ਮੇਰੇ ਘਰ ਆਹ ਆਰਡਰ ਆ, ਉਸ ਚੀਜ਼ ਨੂੰ ਮੈਂ ਢਿੱਲਾ ਲੈ ਜਾਂਦਾ। ਪਰ ਇੱਕ ਵਾਰੀ ਹੀ ਅਗਰ ਕਿਸੇ ਨੇ ਪੂਜਾ ਦੇ ਨਾਲ ਗੱਲ ਕਰ ਲਈ ਆ ਨਾ, ਮਤਲਬ ਕਸਟਮਰ ਨਾਲ ਕੋਈ, ਜਿਵੇਂ ਖਾਸ ਕਰਕੇ ਲੇਡੀਜ਼, ਜੇ ਕੋਈ ਲੇਡੀ ਆ ਗਈ ਆ ਅਤੇ ਸਮਝ ਲਓ ਪੂਜਾ ਨਾਲ ਮਿਲ ਗਈ ਆ,
ਭਾਵੇਂ ਮੈਂ ਉਹਨੂੰ ਟੈਕਨੀਕਲ ਭਾਸ਼ਾ ਦੇ ਨਾਲ ਕੋਈ ਨਹੀਂ ਸਮਝਾਉਣਾ ਕਿ ਇਹਦੇ ਵਿੱਚ ਇਹ ਵਧੀਆ ਚੀਜ਼ ਪਈ ਹੈ ਜੀ, ਭਾਵੇਂ ਮਤਲਬ ਸਾਡਾ ਸਮਾਨ ਨੋਰਮਲ ਨਾਲੋਂ ਜ਼ਰੂਰ ਕਿਉਂਕਿ ਵਧੀਆ ਤੇ ਇਸ ਕਰਕੇ ਥੋੜ੍ਹਾ ਕੋਸਟ ਮਤਲਬ ਜਿਹੜਾ ਜ਼ਿਆਦਾ, ਪਰ ਪੂਜਾ ਦੇ ਨਾਲ ਇੱਕ ਵਾਰੀ ਗੱਲ ਕਰ ਲਈ ਉਹ ਮਤਲਬ ਪੂਜਾ ਦੀ ਫੈਨ ਹੋ ਜਾਂਦੀ ਕੋਈ ਲੇਡੀ ਇਸ ਕਰਕੇ ਇਸ ਚੀਜ਼ ਮਤਲਬ ਕਸਟਮਰ ਹੈਂਡਲਿੰਗ ਦੇ ਵਿੱਚ ਜਾਂ ਕਸਟਮਰ ਨਾਲ ਗੱਲਬਾਤ ਕਰਨ ਦੇ ਵਿੱਚ ਉਹ ਜ਼ਿਆਦਾ ਇਹਨਾਂ ਦੀ ਕੁਆਲਿਟੀ ਹੈਗੀ ਹੈ। पूजा जो कह रही नहीं कि वाकई सही है। जी ये तो इनको पता है, कस्टमर्स को पता, लेकिन अच्छा रिस्पॉन्स आता है। जब अच्छा रिस्पॉन्स आता है तो खुशी होती है कि अच्छा है। तो बस कस्टमर के साथ वैसे ही हम रहते हैं जैसे घर के मेंबर्स के साथ हम बात करते हैं। ਗ੍ਰਸਤੀ ਦੇ ਨਾਲ ਜਿਹੜਾ ਹੈਗਾ ਤੁਸੀਂ ਜਿਹੜੀ ਇੱਕ ਮਿਸਾਲ ਉਹ 'ਤੇ ਕਾਇਮ ਕੀਤੀ ਆ ਕਿ ਪੂਜਾ ਨੇ ਆ ਕੇ ਆਪਣਾ ਸਸੁਰਾਲ ਜਿਹੜਾ ਹੈਗਾ ਉਹ ਸੰਭਾਲ ਲਿਆ। ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਕਿ ਤੁਸੀਂ ਗਾਉਂਦੇ ਵੀ ਬੜਾ ਵਧੀਆ ਜੇ, ਔਰ ਮੈਂ ਚਾਹਾਂਗਾ ਕਿ ਅੱਜ ਵਾਕਈ ਹੀ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਇਹ ਜਿਹੜਾ ਕਪਲ ਹੈਗਾ ਇਹ ਸਿਰਫ ਉੱਥੋਂ ਤੱਕ ਹੀ ਸੀਮਤ ਨਹੀਂ ਹੈ, ਇਹਨਾਂ ਦੇ ਵਿੱਚ ਬਹੁਤ ਸਾਰੇ ਗੁਣ ਨੇ। ਔਰ ਮੈਂ ਚਾਹਾਂਗਾ ਕਿ ਤੁਸੀਂ ਕੁਝ ਗਾ ਕੇ ਜਿਹੜਾ ਹੈਗਾ ਖਾਸ ਕਰਕੇ ਪੂਜਾ ਵਾਸਤੇ, ਪੂਜਾ ਹੋ ਸਕਦਾ ਤੁਹਾਡੇ ਵਾਸਤੇ ਵੀ ਕੁਛ ਨਾ ਕੁਛ ਜ਼ਰੂਰ ਸ਼ੇਅਰ ਕਰਨਗੇ ਕਿਉਂਕਿ ਇਹ ਬੜੇ ਵਧੀਆ ਰਾਈਟਰ ਨੇ, ਗਾਣੇ ਤੱਕ ਲਿਖਦੇ ਨੇ ਹੁਣ। ਨਹੀਂ ਬਿਲਕੁਲ ਗਾਣੇ ਤੇ ਕੀ ਬਹੁਤ 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 ਵਧੀਆ ਲਿਖਦੀ ਆ। ਇਹਨਾਂ ਦਾ ਆਪਣਾ ਅੱਡ ਤੋਂ ਚੈਨਲ ਵੀ ਹੈ ਤੇ ਪਲੱਸ ਇੰਸਟਾਗ੍ਰਾਮ 'ਤੇ ਵੀ, ਪਲੱਸ ਗਾਣਾ ਤੁਹਾਨੂੰ ਗਾ ਕੇ ਦਿਖਾਉਂਦਾ। ਮੇਰੇ ਨੈਣਾ सावन भादों फिर भी मेरा मन प्यासा, फिर भी मेरा मन प्यासा। मेरे नैना सावन भादों फिर भी मेरा मन प्यासा, फिर भी मेरा मन प्यासा। बस ਪੂਜਾ ਜੀ ਉਹਨਾਂ ਨੇ ਇੱਕ ਗੀਤ ਹੀ ਗਾ ਕੇ ਜਿਹੜਾ ਹੈਗਾ ਨਾ ਉਹ ਸਭ ਕੁਛ ਜੋ ਉਹਦਾ ਮਤਲਬ ਨਿਕਲਦਾ, ਮੇਰੇ ਖਿਆਲ 'ਚ ਸਾਰੇ ਦਰਸ਼ਕਾਂ ਨੇ ਬਹੁਤ ਸਾਰੇ ਗਾਣੇ ਜਿਹੜੇ ਹੈਗੇ ਆ ਉਹ, ਕਿਉਂਕਿ ਪੁਰਾਣੇ ਮੁਹੰਮਦ ਰਫੀ ਸਾਹਿਬ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਕਾਇਲ ਨੇ ਔਰ ਉਹਨਾਂ ਦੇ ਗਾਣੇ ਸੁਣਦੇ ਨੇ, ਔਰ ਕੋਈ ਵੀ ਅਗਰ ਗੀਤ ਹੁੰਦਾ ਸੀ ਤਾਂ ਮੀਨਿੰਗਫੁਲ ਹੁੰਦਾ ਸੀ। ਤੁਸੀਂ ਕੀ ਹੁਣ ਇਹਨਾਂ ਵਾਸਤੇ ਤੁਸੀਂ ਕੀ ਗਾਓਗੇ? गाना तो नहीं, मैं कोई जो लिखती हूँ तो शेर और शायरी में थोड़ा सा कुछ बोलूँगी, क्योंकि मुझे यही है कि मुझे सबसे ज़्यादा लगाव इनसे बच्चे क्योंकि मेरा ऐसे होता है कि बच्चे पहले, मेरा ऐसे कि सबसे ज़्यादा अटैचमेंट इनसे है, उसके बाद बच्चों से है, मेरा उल्टा हिसाब है। तो जिसके साथ बहुत ज़्यादा अटैचमेंट हो उसको हम जैसे भगवान का दर्जा ही रब के बराबर ही मानते हैं। तो उसी पे मैं थोड़ी सी परमात्मा पे ही थोड़ी शायरी बोलना चाहूँगी। तू अपनी ज़ुबान से किसी के गुनाहों का ज़िक्र ना कर, तू अपनी ज़ुबान से किसी के गुनाहों का ज़िक्र ना कर, खुद को खुदा पर छोड़ दे, खुद को खुदा पर छोड़ दे, फिर अपनी ज़िंदगी की फ़िक्र ना कर। तो मेरी ज़िंदगी भी मैंने इन पे छोड़ी है तो जब ये साथ है तो मुझे कोई फ़िक्र नहीं है, क्योंकि परमात्मा किसी ना किसी को धरती पे भेजते हैं ना, जैसे बोलते हैं कि वो खुद नहीं आते हैं, वो किसी इंसान के रूप में हमारा कभी साथी बना के, कभी दोस्त, कभी भाई, कभी बहन, या फिर कोई और मसीहा बना के भेज देते हैं। तो मैं ऐसे ही सोचती कि भगवान ने जो लाइफ पार्टनर होते हैं उनको एक दूसरे की पूरी रिस्पेक्ट करनी चाहिए। अगर एक दूसरे में हम ये देखेंगे कि भगवान ने हमारे लिए इनको बनाया है, तो अगर जब ये चीज़ सोचेंगे तो दिल से हम रिस्पेक्ट करेंगे। जैसे आप भी सोशल वर्क ही कर रहे हो कि हिसाब से समाज को अच्छा मैसेज दे रहे हो, तो हमारा भी यही रहता है कि हम भी अच्छा ही काम करें, हस्बैंड वाइफ मिलकर। हम प्रोसेस मतलब कि जारी है, ये कह रहे हैं कि मैंने गौशाला खोलनी है बड़ी बड़ी, और हम NGO भी खोलेंगे। हम सोचते हैं कि ज़्यादा से ज़्यादा लोगों को, जो हर फैमिली में कोई गरीब है, कि हर घर से किसी एक बंदे को काम दे सकें। ये सारी प्रोसेस चल रहा है, हम कंटिन्यू काम कर रहे हैं इस चीज़ पे। चलो जब भी परमात्मा की मेहर हुई जल्द से जल्द इसे पूरा करेंगे। और आपको
दोबारा फिर मैसेज करेंगे, दोबारा आओ इंटरव्यू लेने। ਓਕੇ ਓਕੇ ਔਰ ਸਾਡੀਆਂ ਵੀ ਮੇਰੇ ਵੱਲੋਂ ਵੀ ਮੇਰੇ ਚੈਨਲ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਬਲੇਸਿੰਗ ਵੀ ਹੈ ਔਰ ਬੈਸਟ ਵਿਸ਼ੇਸ थैंक यू सो मच। ਬਹੁਤ ਬਹੁਤ ਧੰਨਵਾਦ। ਥੈਂਕ ਯੂ